ਨਰਿੰਦਰ ਸਿੰਘ ਕਪੂਰ। ਰੂਹ ਰੀਤਾਂ। ਕਿਤਾਬ ਸੁਖਨ ਸਨੇਹੀ। ਸਾਨੂੰ ਭੁਲੇਖਾ ਹੈ ਕਿ ਅਸੀਂ ਵਰਤਮਾਨ ਵਿੱਚ ਰਹਿ ਰਹੇ ਹਾਂ। ਵਰਤਮਾਨ ਵਿੱਚ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਨੂੰ ਕਰਨ ਦੀਆਂ ਪ੍ਰੇਰਨਾਵਾਂ, ਉਦੇਸ਼, ਵਿਧੀਆਂ, ਆਦਤਾਂ ਅਤੇ ਰੂਹ ਰੀਤਾਂ ਸਾਨੂੰ ਸਮਾਜ ਤੋਂ ਬਚਪਨ ਵਿੱਚ ਸੁੱਤੇ ਸਿੱਧ ਹੀ ਮਿਲ ਜਾਂਦੀਆਂ ਹਨ। ਸਥਾਪਿਤ ਰੂਹ ਰੀਤਾਂ ਨੂੰ ਨਿਭਾਉਣ ਵਿੱਚ ਸਾਡਾ ਹੀ ਨਹੀਂ, ਹਰੇਕ ਪੀੜ੍ਹੀ ਦਾ ਸਮੁੱਚਾ ਜੀਵਨ ਲੱਗ ਜਾਂਦਾ ਹੈ। ਇਹ ਰੂਹ ਰੀਤਾਂ ਹੀ ਸਾਡੀ ਜੀਵਨ ਜਾਂਚ ਅਖਵਾਉਂਦੀਆਂ ਹਨ। ਰੂਹ ਰੀਤਾਂ ਹੀ ਵਖਰੇਵਿਆਂ ਕਾਰਨ ਹੀ ਵੱਖਰੇ ਵੱਖਰੇ ਸਮਾਜ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਹਨ। ਜਨਮ, ਵਿਆਹ ਅਤੇ ਮੌਤ ਅਜਿਹੇ ਅਵਸਰ ਹਨ ਜੋ ਰੂਹ ਰੀਤਾਂ ਦਾ ਪ੍ਰਦਰਸ਼ਨ ਅਤੇ ਪ੍ਰਗਟਾਵਾ ਵਧੇਰਾ ਹੁੰਦਾ ਹੈ। ਗੀਤ, ਸੰਗੀਤ, ਨ੍ਰਿਤ, ਮੂਰਤੀਕਲਾ ਅਤੇ ਚਿੱਤਰਕਲਾ ਸਾਡੀਆਂ ਰੂਹ ਰੀਤਾਂ ਵਿੱਚੋਂ ਵਿਕਸਿਤ ਹੋਈਆਂ ਹਨ ਅਤੇ ਇਹਨਾਂ ਕਲਾਵਾਂ ਨੇ ਰੂਹ ਰੀਤਾਂ ਨੂੰ ਵਿਕਸਿਤ ਕੀਤਾ ਹੈ। ਜਦੋਂ ਲੋਕ ਸੁੱਚੇ ਅਤੇ ਸੱਚੇ ਹੋਣ ਤਾਂ ਤਸੱਲੀ, ਮੇਲ ਮਿਲਾਪ ਦੀਆਂ ਰੂਹ ਰੀਤਾਂ ਵਿੱਚੋਂ ਮਿਲਦੀ ਹੈ, ਪਰ ਜੇ ਲੋਕ ਧੋਖੇਬਾਜ਼ ਹੋਣ ਦਾ ਵਿਰੋਧ, ਨਫ਼ਰਤ ਅਤੇ ਬਗਾਵਤ ਵੀ ਰੂਹ ਰੀਤਾਂ ਰਾਹੀਂ ਪ੍ਰਗਟਾਈ ਜਾਂਦੀ ਹੈ। ਜਿੱਥੇ ਜੀਵਨ ਸਾਦਾ ਅਤੇ ਜੀਵਨ ਦੀ ਟੌਰ ਸਹਿਜ ਹੈ, ਉੱਥੇ ਰੂਹ ਰੀਤਾਂ ਪ੍ਰਤੀ ਸ਼ਰਧਾ ਵਧੇਰੇ ਹੈ। ਪੁਰਾਤਨ ਯੁੱਗ ਵਿੱਚ ਅਤੇ ਅੱਜ ਵੀ ਕਈ ਇਲਾਕਿਆਂ ਵਿੱਚ ਹਰ ਪਿੰਡ ਦਾ ਆਪਣਾ ਦੇਵਤਾ ਰਿਹਾ ਹੈ ਅਤੇ ਉਸ ਦੀ ਪੂਜਾ ਦੀਆਂ ਵੱਖਰੀਆਂ ਵੱਖਰੀਆਂ ਰੂਹ ਰੀਤਾਂ ਪ੍ਰਚਲਿਤ ਰਹੀਆਂ ਹਨ। ਰਸਮਾਂ ਰਿਵਾਜਾਂ, ਦਿਨ ਦਿਹਾੜਿਆਂ, ਰੂਹ ਰੀਤਾਂ, ਮਰਿਆਦਾ, ਵਿਧੀਆਂ ਆਦਿ ਦਾ ਸਾਡੇ ਜੀਵਨ ਵਿੱਚ ਇਤਨਾ ਵਧੇਰੇ ਪ੍ਰਸਾਰਾ ਹੈ ਕਿ ਇਹਨਾਂ ਦੀ ਪੂਰਤੀ ਸੁੱਤੇ ਸਿੱਧ ਕਰਨ ਕਰਕੇ ਇਹਨਾਂ ਦੀ ਹੋਂਦ ਪ੍ਰਤੀ ਅਸੀਂ ਸੰਚੇਤ ਨਹੀਂ ਹੁੰਦੇ। ਅਸੀਂ ਸੰਚੇਤ ਉਦੋਂ ਹੀ ਹੁੰਦੇ ਹਾਂ ਜਦੋਂ ਕੋਈ ਵਿਅਕਤੀ ਕਿਸੇ ਰੂਹ ਰੀਤ ਨੂੰ ਤੋੜਦਾ ਜਾਂ ਉਸ ਦੀ ਅਵਗਿਆ ਕਰਦਾ। ਰੂਹ ਰੀਤਾਂ ਦੀ ਅਵਗਿਆ ਕਰਨ ਵਾਲੇ ਦੀ ਅਕਸਰ ਨਿੰਦਾ ਹੁੰਦੀ ਹੈ। ਸਮਾਜ ਬਾਹਰ ਨਹੀਂ, ਸਾਡੇ ਮਨ ਅੰਦਰ ਵਸਦਾ ਹੈ। ਮਨੁੱਖ ਨੇ ਆਪਣੇ ਅਨੁਭਵ ਤੋਂ ਸਿੱਖਿਆ ਹੈ ਕਿ ਖਲੋਣ ਜਾਂ ਬੈਠਣ ਦੇ ਮੁਕਾਬਲੇ ਲੇਟਣਾ ਵਧੇਰੇ ਸੁਖਦਾਈ ਹੈ। ਇਵੇਂ ਹੀ ਮਨੁੱਖ ਨੂੰ ਜਿਹੜੇ ਕਾਰਜਾਂ ਅਤੇ ਵਿਧੀਆਂ ਤੋਂ ਇਲਾਵਾ ਸਰੀਰਕ ਸੁੱਖ ਅਤੇ ਮਾਨਸਿਕ ਤਸੱਲੀ ਮਿਲੀ, ਉਹਨਾਂ ਨੂੰ ਉਸਨੇ ਬਹੁ ਰੀਤਾਂ ਬਣਾ ਲਿਆ। ਸਾਰੇ ਉਪਦੇਸ਼ਾਂ ਦੇ ਬਾਵਜੂਦ ਮਨੁੱਖ ਕਿਸੇ ਅਜਿਹੀ ਰੂਹ ਰੀਤ ਨੂੰ ਨਹੀਂ ਅਪਣਾਵੇਗਾ ਜਿਹੜੀ ਸਰੀਰ ਨੂੰ ਦੁੱਖ ਦੇਵੇ ਅਤੇ ਮਨ ਨੂੰ ਬੇਚੈਨ ਕਰੇ। ਸਮਾਜ ਲੋਕਾਂ ਦੇ ਉਸ ਸਮੂਹ ਨੂੰ ਆਂਦੇ ਹਨ ਜਿਹੜਾ ਲਗਭਗ ਇੱਕੋ ਢੰਗ ਨਾਲ ਸੋਚਦਾ, ਵਿਚਾਰਦਾ ਅਤੇ ਇੱਕੋ ਪ੍ਰਕਾਰ ਦੇ ਜੀਵਨ ਉੱਤੇ ਉਦੇਸ਼ਾਂ ਨੂੰ ਪਾਲਦਾ ਹੈ। ਸਮਾਜ ਦੇ ਲਗਭਗ ਸਾਰੇ ਵਿਅਕਤੀਆਂ ਵਿੱਚ ਲਗਭਗ ਸਹਿਮਤੀ ਹੁੰਦੀ ਹੈ ਕਿ ਕੀ ਮਹੱਤਵਪੂਰਨ ਹੈ ਅਤੇ ਕੀ ਮਹੱਤਵਹੀਨ ਹੈ, ਕੀ ਉਪਯੋਗੀ ਹੈ ਅਤੇ ਕੀ ਹਾਨੀਕਾਰਕ ਹੈ, ਕਿਹੜਾ ਵਿਹਾਰ ਯੋਗ ਹੈ, ਕਿਹੜਾ ਅਯੋਗ, ਕਿਹੜਾ ਪਹਿਰਾਵਾ ਸੱਭਿਅਕ ਹੈ ਅਤੇ ਕਿਹੜਾ ਅਸੱਭਿਅਕ ਹੈ, ਕਿਹੜਾ ਭੋਜਨ ਠੀਕ ਹੈ, ਕਿਹੜਾ ਵਰਜਿਤ। ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇੱਕ ਸਮਾਜ ਵਿੱਚ ਵਸਣ ਵਾਲੇ ਲੋਕਾਂ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਸਾਂਝ ਅਤੇ ਏਕਤਾ ਹੁੰਦੀ ਹੈ। ਇਸੇ ਸਾਂਝ ਅਤੇ ਏਕਤਾ ਦੇ ਆਧਾਰ ਉੱਤੇ ਹੀ ਸਾਰਾ ਸਮਾਜ ਵਿਕਾਸ ਪ੍ਰਕਾਰ ਦੀਆਂ ਰੂਹ ਰੀਤਾਂ ਨੂੰ ਨਾ ਕੇਵਲ ਸਵੀਕਾਰ ਕਰਦਾ ਹੈ, ਸਗੋਂ ਉਹਨਾਂ ਨੂੰ ਆਪਣੇ ਵਿਹਾਰ ਦਾ ਸਜੀਵ ਅੰਗ ਵੀ ਬਣਾਉਂਦਾ ਹੈ। ਸਾਡੇ ਵਿਹਾਰ ਦੇ ਦੋ ਮੁੱਖ ਆਧਾਰ ਹਨ, ਬਹੁ ਰੀਤਾਂ ਅਤੇ ਜੀਵਨ ਅਨੁਭਵ ਤੋਂ ਪ੍ਰਾਪਤ ਸੋਚ ਵਿਚਾਰ। ਰੂਹ ਰੀਤਾਂ ਦਾ ਪ੍ਰਭਾਵ ਇਤਨਾ ਵਿਆਪਕ ਹੁੰਦਾ ਹੈ ਕਿ ਇਹ ਸੋਚ ਵਿਚਾਰ ਦੇ ਵਿਸ਼ਿਆਂ ਅਤੇ ਢੰਗਾਂ ਵਿਧੀਆਂ ਨੂੰ ਵੀ ਨਿਰਧਾਰਤ ਕਰਦਾ ਹੈ। ਅਸੀਂ ਮ੍ਰਿਤਕ ਦੇਹ ਦਾ ਚਿਤਾ ਬਾਲ ਕੇ ਸੰਸਕਾਰ ਕਰਦੇ ਹਾਂ
ਅਸੀਂ ਦਫਨਾਉਣ ਬਾਰੇ ਕਦੇ ਨਹੀਂ ਸੋਚਦੇ। ਇਵੇਂ ਹੀ ਦਫਨਾਉਣ ਵਾਲੇ ਆਪਣੀਆਂ ਮ੍ਰਿਤਕਾਂ ਦਾ ਚਿਤਾ ਬਾਲ ਕੇ ਸੰਸਕਾਰ ਕਰਨ ਬਾਰੇ ਨਹੀਂ ਸੋਚਦੇ। ਲੱਕੜ ਦੀ ਘਾਟ ਅਤੇ ਇਸ ਦੇ ਮਹਿੰਗੇ ਹੋਣ ਕਾਰਨ ਅਸੀਂ ਬਿਜਲੀ ਦੇ ਅੰਗੀਠੇ ਤਾਂ ਸਰਜ ਲਵਾਂਗੇ, ਪਰੰਤੂ ਖਰਚੇ ਤੋਂ ਮੁਕਤ ਦਫਨਾਉਣ ਵਾਲੇ ਢੰਗ ਨੂੰ ਨਹੀਂ ਅਪਣਾਵਾਂਗੇ। ਸੰਸਕਾਰ ਕਰਨ ਦੀਆਂ ਰੂਹ ਰੀਤਾਂ ਹੋਰ ਹਨ, ਦਫਨਾਉਣ ਦੀਆਂ ਹੋਰ। ਇਵੇਂ ਹੀ ਜਨਮ ਸੰਬੰਧੀ, ਵਿਆਹ ਸੰਬੰਧੀ, ਅਫਸੋਸ ਕਰਨ ਅਤੇ ਖੁਸ਼ੀ ਪ੍ਰਗਟਾਉਣ ਸੰਬੰਧੀ, ਪੂਜਾ ਪਾਠ, ਜੱਗ ਆਦਿ ਕਰਨ ਸੰਬੰਧੀ, ਜੰਗ ਅਤੇ ਸ਼ਾਂਤੀ ਸੰਬੰਧੀ, ਗ੍ਰਹਿ ਪ੍ਰਵੇਸ਼ ਸੰਬੰਧੀ, ਵਿਆਹ ਅਤੇ ਨਫ਼ਰਤ ਪ੍ਰਗਟਾਉਣ ਸੰਬੰਧੀ, ਮਿਲਣ ਅਤੇ ਵਿਛੜਨ ਸੰਬੰਧੀ ਹਰ ਸਮਾਜ ਦੇ ਢੰਗ ਤਰੀਕੇ, ਆਦਤਾਂ ਅਤੇ ਰੂਹ ਰੀਤਾਂ ਵੱਖਰੀ ਭਾਂਤ ਦੀਆਂ ਹੁੰਦੀਆਂ ਹਨ। ਜਦੋਂ ਕਿਸੇ ਸਮਾਜ ਦੀ ਬਹੁ ਗਿਣਤੀ ਵੱਖਰੀ ਭਾਂਤ ਨਾਲ ਸੋਚਣ ਲੱਗ ਪੈਂਦੀ ਹੈ ਤਾਂ ਉਸ ਸਮਾਜ ਦੀਆਂ ਰੂਹ ਰੀਤਾਂ ਵੀ ਬਦਲਦੀਆਂ ਹਨ। ਪਰ ਰੂਹ ਰੀਤਾਂ ਤੋਂ ਮੁਕਤ ਕਿਸੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪੁਰਾਤਨ ਯੁੱਗ ਵਿੱਚ ਗਿਆਨ ਦੀ ਘਾਟ ਬਹੁ ਰੀਤਾਂ ਨਾਲ ਪੂਰੀ ਕੀਤੀ ਜਾਂਦੀ ਹੈ, ਪਰ ਅਜੋਕੇ ਯੁੱਗ ਵਿੱਚ ਰੂਹ ਰੀਤਾਂ ਦੀ ਘਾਟ ਗਿਆਨ ਨਾਲ ਪੂਰੀ ਕੀਤੀ ਜਾ ਰਹੀ ਹੈ। ਰੂਹ ਰੀਤਾਂ ਦਾ ਆਪਣਾ ਗਿਆਨ ਸੀ, ਗਿਆਨ ਦੀਆਂ ਆਪਣੀਆਂ ਰੂਹ ਰੀਤਾਂ ਹੁੰਦੀਆਂ ਹਨ। ਤੁਸੀਂ ਕਿਹੋ ਜਿਹੇ ਹੋ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਮਨ ਵਿੱਚ ਕਿਹੜਾ ਯੁੱਗ ਬੈਠਾ ਹੈ। ਧਰਮ ਵਾਂਗ ਹੀ ਸਮਾਜ ਸਾਨੂੰ ਅੰਦਰੋਂ ਪਕੜਦਾ ਹੈ। ਅਚਰਜ ਗੱਲ ਇਹ ਹੈ ਕਿ ਜਦੋਂ ਅਸੀਂ ਪੂਰੀ ਤਰ੍ਹਾਂ ਸਮਾਜ ਦੀ ਪਕੜ ਵਿੱਚ ਜਾਂ ਪੂਰੀ ਤਰ੍ਹਾਂ ਸਮਾਜ ਨਾਲ ਇੱਕ ਸੁਰ ਹੁੰਦੇ ਹਾਂ ਤਾਂ ਹੀ ਸਾਨੂੰ ਆਪਣੇ ਆਜ਼ਾਦ, ਭਰਪੂਰ ਅਤੇ ਸੰਤੁਸ਼ਟ ਹੋਣ ਦਾ ਅਹਿਸਾਸ ਹੁੰਦਾ ਹੈ। ਸਾਨੂੰ ਆਪਣੇ ਵਿਆਹੇ ਹੋਣ ਦਾ ਡੂੰਘਾ ਅਹਿਸਾਸ ਤਾਂ ਹੀ ਹੁੰਦਾ ਹੈ ਜੇ ਉਹ ਸਾਡੇ ਸਮਾਜ ਦੀਆਂ ਬਹੁ ਰੀਤਾਂ ਅਨੁਸਾਰ ਹੋਇਆ ਹੋਵੇ। ਜਿਹੜੇ ਅਦਾਲਤੀ ਵਿਆਹ ਕਰਵਾਉਂਦੇ ਹਨ ਉਹਨਾਂ ਨੂੰ ਸਦਾ ਇੱਕ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਇਹ ਘਾਟ ਉਸ ਪ੍ਰਕਾਰ ਦੀ ਹੁੰਦੀ ਹੈ ਜਿਹੋ ਜਿਹੀ ਉਸ ਇਸਤਰੀ ਨੂੰ ਹੁੰਦੀ ਹੈ ਜਿਸ ਨੇ ਬੱਚੇ ਨੂੰ ਜਨਮ ਨਾ ਦਿੱਤਾ ਹੋਵੇ, ਉਸ ਨੂੰ ਪਾਲ ਰਹੀ ਹੋਵੇ। ਮਰਨਾ ਤਾਂ ਹਰ ਕਿਸੇ ਨੇ ਹੈ, ਪਰ ਕਿਸੇ ਦੇ ਕਤਲ ਹੋਣ ਜਾਂ ਬੰਬ ਨਾਲ ਉਡਾਏ ਜਾਣ ਦਾ ਸਦਮਾ ਇਸ ਲਈ ਹੁੰਦਾ ਹੈ ਕਿ ਸਮਾਜਿਕ ਪ੍ਰਵਾਨਗੀ ਜਾਂ ਧਾਰਮਿਕ ਰੂਹ ਰੀਤਾਂ ਅਨੁਸਾਰ ਰਵਾਨਾ ਨਹੀਂ ਹੋਇਆ ਹੁੰਦਾ। ਰੂਹ ਰੀਤਾਂ ਮੁੱਖ ਤੌਰ 'ਤੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਧਾਰਮਿਕ ਅਤੇ ਸਮਾਜਿਕ। ਰੂਹ ਰੀਤਾਂ ਭਾਵੇਂ ਸਮਾਜਿਕ ਖੇਤਰ ਦੀਆਂ ਹੋਣ ਪਰ ਉਹਨਾਂ ਦੀ ਪੂਰਤੀ ਧਰਮ ਵਾਲੇ ਵਿਸ਼ਵਾਸ ਨਾਲ ਹੀ ਕੀਤੀ ਜਾਂਦੀ ਹੈ। ਵਿਆਹ ਇੱਕ ਸਮਾਜਿਕ ਰੂਹ ਰੀਤ ਹੈ, ਪਰ ਇਸਤਰੀ ਪੁਰਸ਼ ਨੂੰ ਪਤੀ ਪਤਨੀ ਦੇ ਰਿਸ਼ਤੇ ਵਿੱਚ ਬਦਲਣ ਦੀ ਰਸਮ ਧਾਰਮਿਕ ਹੁੰਦੀ ਹੈ। ਜਦੋਂ ਧੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਪਿਤਾ ਅਤੇ ਭਰਾਵਾਂ ਦੇ ਮਨ ਵਿੱਚ ਇੱਕ ਕੀਮਤੀ ਸਾਥ ਦੇ ਖੋਹੇ ਜਾਣ ਦਾ ਗੁੱਸਾ ਵੀ ਹੁੰਦਾ ਹੈ, ਪਰ ਵਿਆਹ ਦੀਆਂ ਰੂਹ ਰੀਤਾਂ ਇਸ ਗੁੱਸੇ ਅਤੇ ਵਿਛੋੜੇ ਨੂੰ ਪ੍ਰਸ਼ੰਸਾ ਵਿੱਚ ਬਦਲਦੀਆਂ ਹਨ ਅਤੇ ਵਿਰੋਧ ਨੂੰ ਪ੍ਰਵਾਨਗੀ ਵਿੱਚ ਤਬਦੀਲ ਕਰਦੀਆਂ ਹਨ। ਇਵੇਂ ਰੂਹ ਰੀਤਾਂ ਵਾਸਤਵ ਵਿੱਚ ਸਾਡੇ ਉਹਨਾਂ ਵਰਤਾਰਿਆਂ ਨਾਲ ਸੰਬੰਧਿਤ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੰਕਟ, ਚਿੰਤਾ, ਰੋਸ ਅਤੇ ਵਿਰੋਧ ਹੁੰਦਾ ਹੈ। ਕਿਸੇ ਧੀ ਵੱਲੋਂ ਆਪਣੀ ਮਰਜ਼ੀ ਨਾਲ ਕਿਸੇ ਨਾਲ ਵਿਆਹ ਕਰਵਾ ਲੈਣਾ ਘੱਟ ਦੁਖਦਾਈ ਹੁੰਦਾ ਹੈ, ਪਰ ਜੇਕਰ ਉਹ ਵਿਆਹ ਦੀਆਂ ਰੂਹ ਰੀਤਾਂ ਤੋਂ ਬਿਨਾਂ ਹੀ ਕਿਸੇ ਪੁਰਸ਼ ਨਾਲ ਪਤਨੀ ਬਣ ਕੇ ਰਹਿਣ ਲੱਗ ਪਵੇ ਤਾਂ ਇਸ ਨੂੰ ਪਰਿਵਾਰ ਵੱਲੋਂ ਸਹਿਣ ਕਰਨਾ ਲਗਭਗ ਅਸੰਭਵ ਹੋਵੇਗਾ। ਇਹੀ ਕਾਰਨ ਹੈ ਕਿ ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਤਾਂ ਉਹ ਉਸ ਨਾਲ ਘਰ ਵਸਾਉਣਾ ਚਾਹੁੰਦਾ ਹੈ, ਅਰਥਾਤ ਉਹ ਰੂਹ ਰੀਤਾਂ ਪੂਰੀਆਂ ਕਰਕੇ ਛੱਡ ਜਾਣ ਜਾਂ ਛੱਡੇ ਜਾਣ ਦੀ ਚਿੰਤਾ ਤੋਂ ਮੁਕਤ ਹੋਣਾ ਚਾਹੁੰਦਾ ਹੈ। ਹਰ ਸਮਾਜ ਵਿੱਚ ਲਗਭਗ ਹਰ ਇੱਕ ਚਿੰਤਾ, ਸੰਕਟ ਜਾਂ ਸੰਤਾਪ ਨੂੰ ਦੂਰ ਕਰਨ ਦੀ ਕੋਈ ਨਾ ਕੋਈ ਬਹੁ ਰੀਤ ਹੁੰਦੀ ਹੈ। ਰੂਹ ਰੀਤ ਦਾ ਉਦੇਸ਼ ਹੀ ਚਿੰਤਾ ਤੋਂ ਮੁਕਤ ਹੋਣਾ ਹੁੰਦਾ ਹੈ। ਸੁਖਣਾ ਵੀ
ਇਸੇ ਕਰਕੇ ਸੁੱਖੀ ਜਾਂਦੀ ਹੈ ਕਿਉਂਕਿ ਮਨੁੱਖ ਆਪਣੀ ਇੱਛਾ ਦੀ ਪੂਰਤੀ ਹੋਣ ਜਾਂ ਨਾ ਹੋਣ ਦੀ ਦੁਵਿਧਾ ਤੋਂ ਮੁਕਤ ਹੋਣਾ ਚਾਹੁੰਦਾ ਹੈ। ਸੁੱਖਣਾ ਸੁੱਖ ਕੇ ਉਸਨੂੰ ਸਾਹ ਹੀ ਸੌਖਾ ਨਹੀਂ ਆਉਂਦਾ। ਉਸ ਦਾ ਅੰਤਮ ਵਿਸ਼ਵਾਸ ਵੀ ਵੱਧ ਜਾਂਦਾ ਹੈ। ਇਹ ਸੌਖ ਅਤੇ ਵਧਿਆ ਹੋਇਆ ਅੰਤਮ ਵਿਸ਼ਵਾਸ ਉਸ ਦੀ ਅੰਤਰੀਵ ਸ਼ਕਤੀ ਨੂੰ ਵਧਾਉਂਦਾ ਹੈ। ਇਹ ਵਧੀ ਹੋਈ ਸ਼ਕਤੀ ਉਸ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਦੀ ਹੈ ਅਤੇ ਸਫਲ ਹੋ ਕੇ ਆਪਣੇ ਮਹੱਤਵਪੂਰਨ ਹੋਣ ਦਾ ਪ੍ਰਮਾਣ ਦੇਣ ਲਈ ਆਪਣੇ ਸੁੱਚੇ ਅਤੇ ਸੱਚੇ ਹੋਣ ਦਾ ਬਹਾਨਾ ਲਾ ਕੇ ਉਹ ਸੁੱਖਣਾ ਪੂਰੀ ਕਰਦਾ ਹੈ। ਸੁੱਖਣਾ ਪੂਰੀ ਕਰਕੇ ਵਿਸ਼ੇਸ਼ ਪ੍ਰਸੰਨਤਾ ਦਾ ਅਨੁਭਵ ਹੁੰਦਾ ਹੈ। ਕਿਸਾਨ ਦੀ ਜ਼ਿੰਦਗੀ ਵਿੱਚ ਮੀਂਹ ਦਾ ਮਹੱਤਵ ਅਸੀਂ ਸ਼ਹਿਰੀ ਨਹੀਂ ਜਾਣ ਸਕਦੇ। ਵਿਗਿਆਨ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਕਿਸਾਨ ਦੀ ਮੀਂਹ ਉੱਤੇ ਨਿਰਭਰਤਾ ਨਿਰਵਿਵਾਦ ਹੈ। ਮੀਂਹ ਨਾ ਪੈਣ ਦੀ ਸੂਰਤ ਵਿੱਚ ਉਸ ਦੇ ਮਨ ਵਿਚਲੀ ਚਿੰਤਾ ਸਿਖਰ ਵੱਲ ਵੱਧਦੀ ਹੈ। ਇਸ ਚਿੰਤਾ ਤੋਂ ਮੁਕਤ ਹੋਣ ਲਈ ਉਹ ਅਨੇਕਾਂ ਰੂਹ ਰੀਤਾਂ ਦਾ ਸਹਾਰਾ ਲੈਂਦਾ ਹੈ। ਭਾਵੇਂ ਰੂਹ ਰੀਤਾਂ ਦੀ ਪੂਰਤੀ ਨਾਲ ਮੀਂਹ ਨਾ ਪਵੇ, ਪਰ ਜੋ ਕੁਝ ਕੀਤਾ ਜਾਣਾ ਸੰਭਵ ਸੀ ਉਸ ਨੂੰ ਕਰਨ ਦੀ ਤਸੱਲੀ ਉਸਨੂੰ ਅਵੱਸ਼ ਹੁੰਦੀ ਹੈ। ਇਸ ਤਸੱਲੀ ਦੇ ਆਧਾਰ ਉੱਤੇ ਹੀ ਉਹ ਕੁਦਰਤ ਦੀਆਂ ਵੱਡੀਆਂ ਵੱਡੀਆਂ ਕਰੋਪੀਆਂ ਨੂੰ ਵੀ ਖਿੜੇ ਮੱਥੇ ਸਹਿ ਜਾਂਦਾ ਹੈ। ਰੂਹ ਰੀਤਾਂ ਕਿਸਾਨ ਦੇ ਜੀਵਨ ਦਾ ਬੁਨਿਆਦੀ ਅੰਗ ਹੁੰਦੀਆਂ ਹਨ ਕਿਉਂਕਿ ਉਹ ਪ੍ਰਕਿਰਤੀ ਦੀ ਤਰਕਹੀਨਤਾ ਨੂੰ ਬਹੁ ਰੀਤਾਂ ਦੀ ਢਾਲ ਨਾਲ ਬਰਦਾਸ਼ਤ ਕਰਦਾ ਹੈ। ਰੂਹ ਰੀਤਾਂ ਦਾ ਮਖੌਲ ਉਡਾਉਣ ਵਾਲੇ ਸ਼ਹਿਰੀਆਂ ਨੂੰ ਜੇ ਕਿਸਾਨ ਦੇ ਜੀਵਨ ਵਾਲੀਆਂ ਤੰਗੀਆਂ, ਮੁਸ਼ਕਲਾਂ ਅਤੇ ਮਜਬੂਰੀਆਂ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਆਤਮਘਾਤ ਹੀ ਕਰ ਲੈਣ। ਸ਼ਹਿਰੀ ਵੀ ਜਦੋਂ ਤਰਕ ਦੀ ਦੌੜ ਵਿੱਚ ਥੱਕ ਜਾਂਦੇ ਹਨ ਤਾਂ ਉਹ ਵੀ ਰੂਹ ਰੀਤਾਂ ਨੂੰ ਪਾਲਣ ਵਾਲੇ ਕਰਮਕਾਂਡੀ ਹੋ ਨਿਬੜਦੇ ਹਨ। ਇਸਲਾਮੀ ਸਮਾਜ ਭਾਵੇਂ ਵਿਗਿਆਨ ਦੇ ਪੱਖੋਂ ਪਿਛੜੇ ਹੋਏ ਸਨ, ਪਰ ਸਰਾਂ ਅਨੁਸਾਰ ਰੂਹ ਰੀਤਾਂ ਦੀ ਅਮੀਰੀ ਕਾਰਨ ਅਜਿਹੇ ਸਮਾਜਾਂ ਵਿੱਚ ਜੀਵਨ ਅਤੇ ਮੌਤ ਪ੍ਰਤੀ ਦ੍ਰਿਸ਼ਟੀਕੋਣ ਵਧੇਰੇ ਸੰਤੁਸ਼ਟ ਅਤੇ ਸੰਤੁਲਿਤ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਰੂਹ ਰੀਤਾਂ ਅਤੇ ਰਸਮਾਂ ਰਿਵਾਜ਼ਾਂ ਨੂੰ ਪਾਲਣ ਦੀ ਫਿਰਤੀ ਵਧੇਰੇ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਸਤਰੀ ਵੀ ਕਿਸਾਨ ਵਾਂਗ ਕੁਦਰਤ ਤੋਂ ਜੀਵਨ ਦਾ ਹੁੰਗਾਰਾ ਮੰਗਦੀ ਹੈ। ਜਿਵੇਂ ਕਿਸਾਨ ਦੀ ਖੁਸ਼ੀ ਉਸ ਦੇ ਖੇਤਾਂ ਤੋਂ ਹੋਣ ਵਾਲੀ ਉਪਜ ਵਿੱਚ ਲੁਕੀ ਹੁੰਦੀ ਹੈ, ਇਵੇਂ ਹੀ ਇਸਤਰੀਆਂ ਦੀ ਪ੍ਰਸ਼ੰਸਾ ਉਸ ਦੀ ਕੁੱਖੋਂ ਵਿੱਚੋਂ ਜਨਮ ਲੈਣ ਵਾਲੀ ਉਸ ਦੀ ਸੰਤਾਨ ਵਿੱਚ ਛੁਪੀ ਹੁੰਦੀ ਹੈ। ਇੱਕ ਗਰਭਵਤੀ ਇਸਤਰੀ ਅਤੇ ਭਰਪੂਰ ਫਸਲ ਵਾਲੇ ਖੇਤ ਦੇ ਕਿਸਾਨ ਦੀ ਫਿਰਤੀ ਲਗਭਗ ਇੱਕੋ ਪ੍ਰਕਾਰ ਦੀ ਹੁੰਦੀ ਹੈ। ਇਸ ਸਮੇਂ ਦੌਰਾਨ ਦੋਵੇਂ ਕਿਸੇ ਦਾ ਦਿਲ ਦਿਖਾਉਣ ਤੋਂ ਸੰਕੋਚ ਕਰਦੇ ਹਨ। ਦੋਹਾਂ ਦੇ ਦਿਲਾਂ ਵਿੱਚ ਸਭ ਕੁਝ ਨਸ਼ਟ ਹੋ ਜਾਣ ਦਾ ਭੈ ਹੁੰਦਾ ਹੈ। ਜੋ ਦੋਹਾਂ ਦੇ ਦਿਲ ਉੱਚੀ ਅਰਦਾਸ ਵਿੱਚ ਜੁੜੇ ਹੁੰਦੇ ਹਨ। ਦੋਹਾਂ ਦੀ ਫਿਰਤੀ ਕਾਰਜ ਦੇ ਸੰਪੂਰਨ ਹੋਣ 'ਤੇ ਟਿਕੀ ਹੁੰਦੀ ਹੈ। ਜੋ ਦੋਵੇਂ ਲੋੜੀਂਦੀਆਂ ਰੂਹ ਰੀਤਾਂ ਨੂੰ ਖਿੜੇ ਮੱਥੇ ਪੂਰੀਆਂ ਕਰਦੇ ਹਨ। ਸੰਸਾਰ ਦੇ ਵੱਖ-ਵੱਖ ਧਰਮ ਨਮਕੀਲੀਆਂ ਰੂਹ ਰੀਤਾਂ ਉੱਤੇ ਉਸਾਰੇ ਹੋਏ ਹਨ। ਸੰਸਾਰ ਦੇ ਸਾਰੇ ਧਰਮਾਂ ਦੇ ਬਾਨੀ ਭਾਵੇਂ ਪੁਰਸ਼ ਹੋਏ ਹਨ, ਪਰ ਰੂਹ ਰੀਤਾਂ ਨੂੰ ਨਿਭਾਉਣ, ਪ੍ਰਚਾਰਨ, ਅਗਲੀ ਪੀੜ੍ਹੀ ਨੂੰ ਉਹਨਾਂ ਵਿੱਚ ਪਰਪੱਕ ਕਰਨ ਅਤੇ ਆਪ ਉਹਨਾਂ ਵਿੱਚ ਦ੍ਰਿੜ ਰਹਿਣ ਦਾ ਕਾਰਜ ਇਸਤਰੀਆਂ ਨੇ ਕੀਤਾ ਹੈ। ਪੁਰਸ਼ ਜੀਵਨ ਨੂੰ ਅਗਲੇ ਪਾਸੇ ਵੱਲ ਖਿੱਚਦਾ ਹੈ, ਜਦੋਂ ਕਿ ਇਸਤਰੀ ਅਤੀਤ ਦਾ ਪੱਲਾ ਨਹੀਂ ਛੱਡਦੀ। ਸੋ ਨਤੀਜਾ ਇਹ ਹੁੰਦਾ ਹੈ ਕਿ ਸਮਾਜ ਵਿੱਚ ਅਤੀਤ ਅਤੇ ਵਰਤਮਾਨ, ਵਿਸ਼ਵਾਸ ਅਤੇ ਤਰਕ, ਪੂਰਨਤਾ ਅਤੇ ਆਧੁਨਿਕਤਾ, ਸੰਤੋਖ ਅਤੇ ਅਭਿਲਾਸ਼ਾ, ਧਰਮ ਅਤੇ ਵਿਗਿਆਨ, ਰੂਹ ਰੀਤਾਂ ਅਤੇ ਨਵੀਨ ਕਾਰਜ ਵਿਧੀਆਂ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ। ਇਸ ਸੰਤੁਲਨ ਦੀ ਵੱਡੀ ਮਹੱਤਤਾ ਹੈ। ਪੁਰਸ਼ ਹਰਕਤ ਦਾ ਪ੍ਰਤੀਕ ਹੈ, ਇਸਤਰੀ ਟਿਕਾਊ ਦਾ। ਬੁੱਧੀ ਦਾ ਸੁਭਾਅ ਪੁਰਸ਼ ਵਾਲਾ ਹੈ ਅਤੇ ਸਮਝ ਦਾ ਸੁਭਾਅ ਇਸਤਰੀ ਵਾਲਾ ਹੈ।
ਪੁਰਸ਼ ਜੰਗ ਯੁੱਧ ਦਾ ਪ੍ਰਤੀਕ ਹੈ, ਇਸਤਰੀ ਅਮਨ ਸ਼ਾਂਤੀ ਦਾ। ਪੁਰਸ਼ ਗਿਆਨ ਨੂੰ ਆਪਣੀ ਪ੍ਰਾਪਤੀ ਸਮਝਦਾ ਹੈ, ਇਸਤਰੀ ਵਿਸ਼ਵਾਸ ਨੂੰ ਆਪਣੀ ਪੂੰਜੀ ਸਮਝਦੀ ਹੈ। ਇਸੇ ਕਰਕੇ ਇਸਤਰੀ ਰੂਹ ਰੀਤਾਂ ਨੂੰ ਵਧੇਰੇ ਗੰਭੀਰਤਾ ਨਾਲ ਅਪਣਾਉਂਦੀ ਹੈ ਅਤੇ ਪੂਰਾ ਕਰਦੀ ਹੈ। ਇਸੇ ਕਾਰਨ ਕਰਕੇ ਇਸਤਰੀ ਕੁਦਰਤ ਅਤੇ ਸਮਾਜ ਨਾਲ ਵਧੇਰੇ ਇਕਸੁਰ ਹੁੰਦੀ ਹੈ। ਰੂਹ ਰੀਤਾਂ ਖੇਤੀਬਾੜੀ ਸਮਾਜ ਦਾ ਹੀ ਵਰਤਾਰਾ ਨਹੀਂ, ਆਧੁਨਿਕ ਯੁੱਗ ਦੀਆਂ ਆਪਣੀਆਂ ਰੂਹ ਰੀਤਾਂ ਹਨ। ਆਧੁਨਿਕ ਯੁੱਗ ਦੀਆਂ ਰੂਹ ਰੀਤਾਂ ਨੂੰ ਨਾ ਭਾਵੇਂ ਨਵੇਂ ਦੇ ਦਿੱਤੇ ਗਏ ਹਨ, ਪਰ ਉਹਨਾਂ ਦਾ ਕੇਂਦਰੀ ਲੱਛਣ ਪੁਰਾਤਨ ਰੂਹ ਰੀਤਾਂ ਵਾਲਾ ਹੀ ਹੈ। ਚੋਣਾਂ ਦੀਆਂ ਆਪਣੀਆਂ ਰੂਹ ਰੀਤਾਂ ਹਨ। ਅਦਾਲਤਾਂ ਦਾ ਕੰਮ ਕਰਨ ਦਾ ਆਪਣਾ ਢੰਗ ਹੈ। ਕਿਸੇ ਨੂੰ ਇਨਾਮ ਜਾਂ ਦੰਡ ਦੇਣ ਸਮੇਂ ਵੀ ਵਿਸ਼ੇਸ਼ ਰੂਹ ਰੀਤਾਂ ਦੀ ਪੂਰਤੀ ਕੀਤੀ ਜਾਂਦੀ ਹੈ। ਤਲਾਕ ਲੈਣ ਦੇਣ ਦਾ ਵੀ ਇੱਕ ਵਿਸ਼ੇਸ਼ ਢੰਗ ਤਰੀਕਾ ਹੈ। ਅਜੋਕੀਆਂ ਰੂਹ ਰੀਤਾਂ ਦਾ ਸੁਭਾਅ ਧਾਰਮਿਕ ਦੀ ਥਾਂ ਰਾਜਨੀਤਿਕ ਅਤੇ ਆਰਥਿਕ ਅਤੇ ਸਮਾਜਿਕ ਵਧੇਰੇ ਹੈ। ਮਨੁੱਖ ਦਾ ਹਰ ਵਰਤਾਰਾ ਅੰਤਲੇ ਰੂਪ ਵਿੱਚ ਉਸ ਦੇ ਸਮਾਜ ਦਾ ਪ੍ਰੇਰਿਆ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਇਹ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਨਵੀਆਂ ਰੂਹ ਰੀਤਾਂ ਜਾਂ ਕਾਰਜ ਵਿਧੀਆਂ ਦਾ ਉਦੇਸ਼ ਵੀ ਚਿੰਤਾ ਤੋਂ ਮੁਕਤ ਹੋਣਾ, ਜੀਵਨ ਨੂੰ ਨਿਰਵਿਘਨ ਬਣਾਉਣਾ ਅਤੇ ਸੁੱਖ ਸ਼ਾਂਤੀ ਵਰਤਾਉਣਾ ਅਤੇ ਲੋਕਾਂ ਵਿੱਚ ਅੰਤਮ ਵਿਸ਼ਵਾਸ ਉਪਜਾਉਣਾ ਹੁੰਦਾ ਹੈ। ਉਦਾਹਰਨ ਵਜੋਂ ਜੰਗ ਦਾ ਉਦੇਸ਼ ਭਾਵੇਂ ਦੁਸ਼ਮਣ ਨੂੰ ਤਬਾਹ ਕਰਨਾ ਹੁੰਦਾ ਹੈ, ਪਰ ਇਸ ਦੀਆਂ ਵੀ ਕੁਝ ਰੂਹ ਰੀਤਾਂ ਹਨ। ਜਿਹੜੀ ਧਿਰ ਇਹਨਾਂ ਦੀ ਪਾਲਣਾ ਕਰਦੀ ਹੈ, ਉਸ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਇਹਨਾਂ ਦੀ ਪਾਲਣਾ ਨਾ ਕਰਨ ਵਾਲੀ ਧਿਰ ਪ੍ਰਤੀ ਦ੍ਰਿਸ਼ਟੀਕੋਣ ਨਾਲੋਂ ਵੱਖਰੀ ਭਾਂਤ ਦਾ ਹੁੰਦਾ ਹੈ। ਜੰਗ ਦਾ ਆਰੰਭ ਇੱਕ ਅੰਤ ਇੱਕ ਵਿਸ਼ਾਲ ਸਮਾਗਮ ਵਾਂਗ ਕੀਤਾ ਜਾਂਦਾ ਹੈ। ਖੇਡਾਂ ਵਿੱਚ ਵੀ ਜੰਗ ਵਾਲੀਆਂ ਰੂਹ ਰੀਤਾਂ ਨਿਭਾਈਆਂ ਜਾਂਦੀਆਂ ਹਨ। ਜਦੋਂ ਘਰ ਵਿੱਚ ਕਿਸੇ ਪ੍ਰਕਾਰ ਦਾ ਸਮਾਗਮ ਕੀਤਾ ਜਾਵੇ ਤਾਂ ਉਸ ਨੂੰ ਆਰੰਭ ਕਰਨ ਅਤੇ ਸਿਰੇ ਚੜ੍ਹਾਉਣ ਦਾ ਇੱਕ ਨਿਸ਼ਚਿਤ ਢੰਗ ਹੁੰਦਾ ਹੈ। ਇਸ ਢੰਗ ਦੀ ਪੂਰਤੀ ਨਾਲ ਹੀ ਸਾਨੂੰ ਸੰਤੁਸ਼ਟਤਾ ਮਿਲਦੀ ਹੈ। ਇਸ ਢੰਗ ਦੀ ਅਵਗਿਆ ਕਾਰਨ ਨਾਲ ਤਣਾਅ ਉਪਜਦਾ ਹੈ। ਵਿਸ਼ਵਾਸ ਰੂਹ ਰੀਤਾਂ ਦੀ ਬੁਨਿਆਦ ਹੁੰਦਾ ਹੈ। ਜਿਤਨਾ ਵਧੇਰੇ ਵਿਸ਼ਵਾਸ ਹੋਵੇਗਾ, ਉਤਨੀ ਹੀ ਵਧੇਰੇ ਮਾਨਸਿਕ ਤਸੱਲੀ ਮਿਲੇਗੀ। ਅਸੀਂ ਇੱਕ ਨਿਸ਼ਚੇ ਰੂਹ ਰੀਤ ਅਨੁਸਾਰ ਪਰਮਾਤਮਾ ਅੱਗੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਤੇ ਅਰਦਾਸ ਕਰਨ ਉਪਰੰਤ ਇਹ ਵਿਸ਼ਵਾਸ ਕਰ ਲੈਂਦੇ ਹਾਂ ਕਿ ਵਿਛੜੀ ਆਤਮਾ ਸ਼ਾਂਤ ਹੋ ਗਈ ਹੋਵੇਗੀ। ਭਾਵੇਂ ਮਨੁੱਖ ਬੜਾ ਤਰਕਸ਼ੀਲ ਹੋ ਗਿਆ ਹੈ, ਪਰ ਉਸ ਦਾ ਧੁਰ ਅੰਦਰਲਾ ਅਜੇ ਵੀ ਅੰਧ ਵਿਸ਼ਵਾਸੀ ਹੈ। ਨਿਰਸੰਦੇਹ ਮਨੁੱਖ ਦੀ ਸੋਚ ਬਦਲ ਰਹੀ ਹੈ, ਪਰ ਉਹ ਨਾਲ ਹੀ ਨਵੀਆਂ ਰੂਹ ਰੀਤਾਂ ਵੀ ਸਿਰਜ ਰਿਹਾ ਹੈ। ਵਿਗਿਆਨੀ ਵੀ ਪ੍ਰਯੋਗਸ਼ਾਲਾ ਵਿੱਚ ਇੱਕ ਨਿਸ਼ਚਿਤ ਰੂਹ ਰੀਤ ਨੂੰ ਪਾਲ ਕੇ ਹੀ ਪ੍ਰਯੋਗ ਕਰਦੇ ਹਨ। ਅਜੋਕੇ ਯੁੱਗ ਦੀਆਂ ਰੂਹ ਰੀਤਾਂ ਵਿੱਚ ਤਰਕਸ਼ੀਲਤਾ ਦਾ ਅੰਸ਼ ਵਧੇਰੇ ਹੈ, ਜਦੋਂ ਕਿ ਪਰੰਪਰਾਗਤ ਸਮਾਜ ਦੀਆਂ ਰੂਹ ਰੀਤਾਂ ਵਿੱਚ ਵਿਸ਼ਵਾਸ ਦੀ ਪ੍ਰਧਾਨਤਾ ਹੁੰਦੀ ਹੈ। ਚੰਦਰਮਾ ਦੇ ਹਰ ਪੱਖ ਨੂੰ ਵਿਗਿਆਨ ਦ੍ਰਿਸ਼ਟੀ ਤੋਂ ਦੱਸਿਆ ਜਾ ਸਕਦਾ ਹੈ, ਪਰ ਇਸਲਾਮੀ ਸੱਭਿਆਚਾਰ ਵਿੱਚ ਈਦ ਨਾਲ ਜੁੜੀਆਂ ਰੂਹ ਰੀਤਾਂ ਕੇਵਲ ਵਿਸ਼ਵਾਸ ਉੱਤੇ ਆਧਾਰਿਤ ਹਨ। ਹੁਣ ਜਦੋਂ ਕੋਈ ਸਮਾਗਮ ਹੁੰਦਾ ਹੈ ਤਾਂ ਉੱਥੇ ਰੂਹ ਰੀਤਾਂ ਦੀ ਪਾਲਣਾ ਸਮੇਂ ਦੋਵੇਂ ਵਿਗਿਆਨਕ ਅਤੇ ਵਿਸ਼ਵਾਸ ਆਧਾਰਿਤ ਦ੍ਰਿਸ਼ਟੀਕੋਣ ਵੇਖਣ ਨੂੰ ਮਿਲਦੇ ਹਨ। ਜਿਨ੍ਹਾਂ ਦਾ ਦ੍ਰਿਸ਼ਟੀਕੋਣ ਵਿਗਿਆਨ ਹੈ, ਉਹਨਾਂ ਨੂੰ ਵਿਗਿਆਨਕ ਰੂਹ ਰੀਤਾਂ ਵਿੱਚੋਂ ਅਤੇ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਧਾਰਮਿਕ ਹੈ, ਉਹਨਾਂ ਨੂੰ ਵਿਸ਼ਵਾਸ ਆਧਾਰਿਤ ਰੂਹ ਰੀਤਾਂ ਵਿੱਚੋਂ ਤਸੱਲੀ ਮਿਲਦੀ ਹੈ। ਸਮਾਜਵਾਦੀ ਦੇਸ਼ਾਂ ਵਿੱਚ ਵੀ ਅਦਾਲਤੀ ਵਿਆਹ ਉਪਰੰਤ ਨਵ-ਵਿਆਹਿਆ ਜੋੜਾ ਕਿਸੇ ਥਾਂ ਆਪਣਾ ਸਤਿਕਾਰ ਭੇਟ ਕਰਨ ਜਾਂ ਮੱਥਾ ਟੇਕਣ ਜਾਂ ਫੇਰਾ ਪਾਉਣ ਦੀ ਰੀਤ ਪੂਰੀ ਕਰਨ ਲਈ ਜ਼ਰੂਰ ਜਾਂਦਾ ਹੈ। ਰੂਹ ਰੀਤਾਂ ਸਾਡੇ ਅਨੇਕਾਂ ਸੰਸ਼ਿਆਂ ਨੂੰ ਦੂਰ ਕਰਕੇ
ਭਾਵਕ ਸ਼ਾਂਤੀ ਦਿੰਦੀਆਂ ਹਨ ਅਤੇ ਰੂਹ ਰੀਤਾਂ ਰਾਹੀਂ ਹੀ ਆਪਣੇ ਅੰਦਰਲੇ ਨਾਲ ਇੱਕ ਸੁਰ ਹੁੰਦੇ ਹਾਂ। ਮਨੁੱਖ ਕੇਵਲ ਕਾਰਜ ਹੀ ਨਹੀਂ ਕਰਦਾ, ਉਹ ਸੋਚਦਾ ਅਤੇ ਮਹਿਸੂਸ ਵੀ ਕਰਦਾ ਹੈ। ਕਾਰਜ, ਸੋਚ, ਅਨੁਭਵ ਇੱਕ ਹੀ ਵਰਤਾਰੇ ਦੇ ਪੱਖ ਹਨ। ਰੂਹ ਰੀਤਾਂ ਵਿੱਚ ਇਹਨਾਂ ਤਿੰਨਾਂ ਦਾ ਰੋਲ ਹੁੰਦਾ ਹੈ। ਰੂਹ ਰੀਤਾਂ ਪੂਰੀਆਂ ਕਰਦਿਆਂ ਕੋਈ ਸਿੱਧਾ ਉਦੇਸ਼ ਸਾਹਮਣੇ ਨਹੀਂ ਰੱਖਿਆ ਜਾਂਦਾ, ਸਗੋਂ ਅਸਿੱਧੇ ਢੰਗ ਨਾਲ ਉਦੇਸ਼ ਪੂਰਤੀ ਕੀਤੀ ਜਾਂਦੀ ਹੈ। ਜਦੋਂ ਮਨ ਦੀ ਸ਼ਾਂਤੀ ਵਧੇਰੇ ਕੋਈ ਰੂਹ ਰੀਤ ਪੂਰੀ ਕੀਤੀ ਜਾਂਦੀ ਹੈ ਤਾਂ ਕੋਈ ਕਿਸਾਨ ਅਜਿਹਾ ਕਰਦਿਆਂ ਭਰਪੂਰ ਫਸਲ ਦੀ ਇੱਛਾ ਵੀ ਕਰ ਰਿਹਾ ਹੁੰਦਾ, ਪਰ ਰੂਹ ਰੀਤ ਪੂਰੀ ਕਰਦਿਆਂ ਉਹ ਖੇਤ ਜਾਂ ਫਸਲ ਦੀ ਚਰਚਾ ਨਹੀਂ ਕਰੇਗਾ। ਮੌਤ ਨਾਲ ਸੰਬੰਧਿਤ ਰੂਹ ਰੀਤਾਂ ਵਿੱਚ ਉਦੇਸ਼ ਪਿੱਛੇ ਰਹਿ ਗਏ ਦੇ ਮਨਾਂ ਵਿੱਚੋਂ ਡਰ ਕੱਢਣਾ ਅਤੇ ਅੰਤਮ ਵਿਸ਼ਵਾਸ ਜਗਾਉਣਾ ਹੁੰਦਾ ਹੈ। ਪਰ ਸੂਤ ਨਾਲ ਸੰਬੰਧਿਤ ਰੂਹ ਰੀਤਾਂ ਵਿੱਚ ਭਾਸ਼ਾ, ਧੰਨਵਾਦ ਅਤੇ ਸ਼ੁਕਰਾਨੇ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਉਦੇਸ਼ ਦਰਦ ਤੋਂ ਮੁਕਤ ਹੋਣਾ ਅਤੇ ਜਨਮ ਲੈਣ ਵਾਲੇ ਬੱਚੇ ਦੀ ਲੰਬੀ ਉਮਰ, ਤੰਦਰੁਸਤ ਉਮਰ ਨੂੰ ਸੰਭਵ ਬਣਾਉਣਾ ਹੁੰਦਾ ਹੈ। ਵਰਤਦੀਆਂ ਰੂਹ ਰੀਤਾਂ ਵਿੱਚ ਪ੍ਰਗਟ ਉਦੇਸ਼ ਆਤਮਾ ਅਤੇ ਸਰੀਰ ਦੀ ਸ਼ੁੱਧੀ ਹੁੰਦਾ ਹੈ, ਪਰ ਛੁਪਿਆ ਉਦੇਸ਼ ਜੀਵਨ ਵਿੱਚ ਵਧੇਰੇ ਸਫਲਤਾ ਹੁੰਦਾ ਹੈ। ਜਿਤਨਾ ਵੱਡਾ ਵਿਸ਼ਵਾਸ ਹੋਵੇਗਾ, ਉਤਨੀਆਂ ਹੀ ਰੂਹ ਰੀਤਾਂ ਮਾਨਸਿਕ ਸ਼ਾਂਤੀ ਦਾ ਵਧੇਰੇ ਸਾਧਨ ਬਣਨਗੀਆਂ। ਰੂਹ ਰੀਤਾਂ ਨਾ ਕੇਵਲ ਹੌਸਲਾ, ਅੰਤਮ ਵਿਸ਼ਵਾਸ ਅਤੇ ਨੈਤਿਕ ਬਲ ਪ੍ਰਦਾਨ ਕਰਦੀਆਂ ਹਨ, ਸਗੋਂ ਸਮੁੱਚੇ ਸਮਾਜ ਦੇ ਭਲੇ ਲਈ ਸਾਨੂੰ ਇੱਕ ਦੂਜੇ ਨਾਲ ਅਪਣਤ ਅਤੇ ਮਿਲਵਰਤਨ ਦੀ ਭਾਵਨਾ ਨਾਲ ਜੋੜਦੀਆਂ ਵੀ ਹਨ। ਰੂਹ ਰੀਤਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਪ੍ਰਤੀਕਮਈ ਹੁੰਦੀ ਹੈ। ਕਿਸੇ ਸਮਾਧ ਉੱਤੇ ਦੀਵਾ ਬਾਲਣਾ ਸ਼ਰਧਾ ਦਾ ਪ੍ਰਤੀਕ ਹੈ। ਜਗ, ਯਤਨ ਅਤੇ ਕੁਰਬਾਨੀ ਦਾ ਪ੍ਰਤੀਕ ਹੁੰਦਾ ਹੈ। ਰੂਹ ਰੀਤਾਂ ਦਾ ਮਹੱਤਵ ਆਪਣੇ ਸਮਾਜ ਵਿੱਚ ਹੀ ਪ੍ਰਗਟ ਹੁੰਦਾ ਹੈ। ਕਿਸੇ ਦੂਜੇ ਸਮਾਜ ਦੀਆਂ ਬਹੁ ਰੀਤਾਂ ਸਾਨੂੰ ਪਖੰਡ, ਇਡੰਬਰ ਅਤੇ ਅੰਤਮ ਵਿਸ਼ਵਾਸ ਹੀ ਪ੍ਰਤੀਤ ਹੁੰਦੀਆਂ ਹਨ। ਰੂਹ ਰੀਤਾਂ ਨੂੰ ਪੂਰਾ ਕਰਨ ਦੀ ਵਿਧੀ ਅਸੀਂ ਸੁੱਤੇ ਸਿੱਧ ਹੀ ਸਿੱਖ ਲੈਂਦੇ ਹਾਂ। ਇਹ ਵਿਧੀ ਸਿੱਖੀ ਹੋਈ ਹੋਣ ਕਾਰਨ ਸਰਲ ਅਤੇ ਸੌਖੀ ਪ੍ਰਤੀਤ ਹੁੰਦੀ ਹੈ। ਸਾਡੇ ਸਮੁੱਚੇ ਜੀਵਨ ਦਾ ਭਾਗ ਹੋਣ ਕਾਰਨ ਰੂਹ ਰੀਤਾਂ ਨੂੰ ਪੂਰਾ ਕਰਕੇ ਅਸੀਂ ਆਪਣੇ ਆਪ ਨੂੰ ਆਪਣੇ ਸਮਾਜ ਦਾ ਸੰਜੀਵ ਅੰਗ ਮਹਿਸੂਸ ਕਰਦੇ ਹਾਂ। ਜਦੋਂ ਤੱਕ ਘਰਾਂ ਵਿੱਚ ਰੋਟੀ ਪੱਕਦੀ ਰਹੇਗੀ, ਜਦੋਂ ਤੱਕ ਜਵਾਨ ਦਿਲਾਂ ਵਿੱਚ ਇੱਕ ਦੂਜੇ ਦੇ ਸਾਥ ਦੀ ਤਾਂਘ ਉਪਜਦੀ ਰਹੇਗੀ, ਜਦੋਂ ਤੱਕ ਮਨੁੱਖ ਦੇ ਜਨਮ ਅਤੇ ਮਰਨ ਦਾ ਗੇੜ ਚੱਲਦਾ ਰਹੇਗਾ, ਜਦੋਂ ਤੱਕ ਡਰ, ਭੈ ਅਤੇ ਸੰਸ਼ੇ ਮਨੁੱਖੀ ਮਨ ਵਿੱਚ ਉਪਜਦੇ ਰਹਿਣਗੇ, ਉਦੋਂ ਤੱਕ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਰੂਹ ਰੀਤਾਂ ਮਨੁੱਖ ਦੇ ਮਨ ਲਈ ਡੂੰਘੇ ਦਰਵਾਸ਼ ਦਾ ਸੋਮਾ ਬਣੀਆਂ ਅਤੇ ਬਣਦੀਆਂ ਰਹਿਣਗੀਆਂ। ਰੂਹ ਰੀਤਾਂ ਦਾ ਸੰਬੰਧ ਮਨੁੱਖ ਦੇ ਬੌਧਿਕ ਵਿਕਾਸ ਨਾਲ ਨਹੀਂ, ਉਸ ਦੀ ਭਾਵਕ ਸੰਤੁਸ਼ਟਤਾ ਨਾਲ ਹੁੰਦਾ ਹੈ। ਰੂਹ ਰੀਤਾਂ ਤੋਂ ਬਿਨਾਂ ਮਨੁੱਖ ਦੀ ਅਕਲ ਦਰਿਆ ਵਿੱਚ ਰੁੜ੍ਹਦੇ ਜਾਂਦੇ ਦੀਵੇ ਦੀ ਲੋਅ ਵਾਂਗ ਕਿਸੇ ਕੰਮ ਨਹੀਂ ਆਵੇਗੀ। ਰੂਹ ਰੀਤਾਂ ਸਾਡੇ ਮਨ ਵਿੱਚ ਜੀਵਨ ਜਿਉਣ ਦੀ ਤਾਂਘ ਨੂੰ ਜਾਗਦਾ ਰੱਖਦੀਆਂ ਹਨ ਅਤੇ ਸਾਡੇ ਦੁੱਖਾਂ, ਵਿਛੋੜਿਆਂ, ਹੰਝੂਆਂ, ਹਾਵਿਆਂ, ਹਉਕਿਆਂ, ਤਰਲਿਆਂ, ਮਿੰਨਤਾਂ ਅਤੇ ਵੈਣਾਂ ਦਾ ਭਾਰ ਸਾਡੇ ਮਨਾਂ ਤੋਂ ਲਾਹੁੰਦੀਆਂ ਹਨ। ਰੂਹ ਰੀਤਾਂ ਨਵੀਂ ਪੌੜੀ ਉੱਤੇ ਵੀ ਉੱਚੇ ਹੋ ਕੇ ਵੇਖਣ ਦਾ ਸਲੀਕਾ ਸਿਖਾਉਂਦੀਆਂ ਹਨ। ਇਹ ਸਾਨੂੰ ਜੀਵਨ ਦੀ ਤਾਲ ਨਾਲ ਜੋੜਦੀਆਂ ਹਨ। ਇਹ ਸਾਨੂੰ ਛੱਪੜ ਤੋਂ ਝੀਲ ਬਣਾਉਂਦੀਆਂ ਹਨ। ਧੰਨਵਾਦ।